ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿੰਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖਹੁ ਨੈਣ। ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ।
ਗੁਰ ਮਿਲ ਪ੍ਰਭੂ ਚਿਤਾਰਿਆ, ਕਾਰਜ ਸਭ ਸਵਾਰਿਆ। ਮੰਦਾ ਕੋ ਨਾ ਅਲਾਏ, ਸਭ ਜੈ ਜੈਕਾਰ ਸੁਣਾਏ। ਸੰਤੋ ਸਾਚੀ ਸਰਣ ਸੁਆਮੀ, ਜੀ ਜੰਤ ਸਭ ਹਾਥ ਤਿਸੈ ਕੈ, ਸੋ ਪ੍ਰਭ ਅੰਤਰਜਾਮੀ। ਰਹਾਉ ਕਰਤਬ ਸਭ ਸਵਾਰੇ, ਪ੍ਰਭ ਆਪਣਾ ਬਿਰਦ ਸਮਾਰੇ। ਪਤਿਤ ਪਾਵਨ ਪ੍ਰਭ ਨਾਮਾ, ਜਨ ਨਾਨਕ ਸਤਿ ਕੁਰਬਾਨਾ। ਪਤਿਤ ਪਾਵਨ ਪ੍ਰਭ ਨਾਮਾ, ਜਨ ਨਾਨਕ ਸਤਿ ਕੁਰਬਾਨਾ। ਸੋਰਠ ਮਹੱਲਾ ਪੰਜਵਾ। ਗੁਰ ਮਿਲ ਪ੍ਰਭੂ ਚਿਤਾਰਿਆ, ਕਾਰਜ ਸਭ ਸਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ, ਸਮੇਂ ਨੂੰ ਸਫਲਾ ਬਣਾ ਰਹੇ ਹਾਂ। ਸਤਿਗੁਰਾਂ ਦੀ ਮਹਾਨ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਬਾਣੀ ਦੇ ਪਾਠ ਜਾਪ ਪੜ੍ਹੇ ਸੁਣੇ ਗਏ ਹਨ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਦੇ ਪਾਠ ਨੂੰ ਸਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਰਠ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਇਹ ਦੋ ਪਦਿਆਂ ਵਾਲੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ ਹਨ, ਜਿਨ੍ਹਾਂ ਦੇ ਅੰਦਰ ਸਤਿਗੁਰੂ ਜੀ ਸਾਨੂੰ ਉਪਦੇਸ਼, ਸ਼ੁਭ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਜਿਹਨੂੰ ਆਪਾਂ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਸਾਨੂੰ ਉਪਦੇਸ਼, ਸਿੱਖਿਆ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਹਨ। ਸੰਤੋ ਸਾਚੀ ਸਰਣ ਸੁਆਮੀ, ਜੀ ਜੰਤ ਸਭ ਹਾਥ ਤਿਸੈ ਕੈ, ਸੋ ਪ੍ਰਭ ਅੰਤਰਜਾਮੀ। ਸਤਿਗੁਰੂ ਜੀ ਕਹਿੰਦੇ, ਹੇ ਸੰਤੋ, ਹੇ ਸ਼ਾਂਤ ਚਿੱਤ ਮਹਾਤਮਾ ਜਨੋ,
ਜੇ ਸ਼ਰਣੀ ਪੈਣਾ ਹੈ ਤੇ ਉਹ ਸਭ ਤੋਂ ਸੱਚੀ ਤੇ ਸੁੱਚੀ ਸ਼ਰਨ ਹੈ, ਉਹ ਪਰਮੇਸ਼ਰ ਦੀ ਹੈ, ਗੁਰੂ ਦੀ ਹੈ। ਕਿਉਂਕਿ ਪਰਮਾਤਮਾ ਦੀ ਸ਼ਰਨ ਜੇ ਆਪਾਂ ਪੈ ਜਾਂਦੇ ਹਾਂ, ਗੁਰੂ ਦੀ ਸ਼ਰਨ ਜੇ ਆਪਾਂ ਪੈ ਜਾਂਦੇ ਹਾਂ, ਫਿਰ ਆਪਾਂ ਨੂੰ ਕਿਸੇ ਹੋਰ ਦੀ ਸ਼ਰਨ ਪੈਣ ਦੀ ਲੋੜ ਨਹੀਂ ਰਹਿੰਦੀ। ਜਿਵੇਂ ਸੰਸਾਰ ਦੇ ਅੰਦਰ ਸੰਸਾਰੀ ਤਲ 'ਤੇ ਉਦਾਹਰਨਾਂ ਹਨ। ਜਿਵੇਂ ਕੋਈ ਦੁਨੀਆ ਦਾ ਚੱਕਰਵਰਤੀ ਬਾਦਸ਼ਾਹ ਰਾਜਾ ਹੈ ਅਤੇ ਉਸ ਦੁਨੀਆ ਦੇ ਰਾਜੇ ਦੇ ਜੇ ਕੋਈ ਸ਼ਰਨ ਜਾ ਕੇ ਪੈ ਜਾਏ ਅਤੇ ਫਿਰ ਉਹਨੂੰ ਜਿਹੜੇ ਕੋਈ ਛੋਟੇ ਰਾਜੇ ਹੈ ਵੱਖੋ ਵੱਖ ਥਾਵਾਂ ਦੇ, ਉਹਨਾਂ ਦਾ ਕੋਈ ਡਰ ਭੈ ਨਹੀਂ ਰਹਿੰਦਾ। ਇਸੇ ਪ੍ਰਕਾਰ ਹੀ ਜਿਵੇਂ ਜੰਗਲ ਦੇ ਅੰਦਰ ਜਾਨਵਰ ਹੁੰਦੇ ਹੈ ਅਤੇ ਉਹਨਾਂ ਜੰਗਲ ਦੇ ਜਾਨਵਰਾਂ ਦਾ ਰਾਜਾ ਸ਼ੇਰ ਮੰਨਿਆ ਹੈ, ਅਤੇ ਜਿਹੜਾ ਕੋਈ ਜਾਨਵਰ ਜਾ ਕੇ ਸ਼ੇਰ ਦੀ ਸ਼ਰਨ ਪੈ ਜਾਂਦਾ, ਉਹਨੂੰ ਫਿਰ ਬਾਕੀ ਦੇ ਜਾਨਵਰਾਂ ਦਾ ਕੋਈ ਡਰ ਨਹੀਂ ਰਹਿੰਦਾ। ਇਸੇ ਪ੍ਰਕਾਰ ਹੀ ਪਰਮੇਸ਼ਰ ਦੀ, ਗੁਰੂ ਦੀ ਸ਼ਰਨ ਜਿਹੜੀ ਹੈ ਉਹ ਐਸੀ ਹੈ। ਜਦੋਂ ਕੋਈ ਜੀਵ ਗੁਰੂ ਦੀ, ਪਰਮੇਸ਼ਰ ਦੀ ਸ਼ਰਨ ਪੈ ਜਾਂਦਾ, ਫਿਰ ਉਹਨੂੰ ਇਹ ਸੰਸਾਰੀ ਡਰ ਜਿਹੜੇ ਹੈ, ਮੌਤ ਦੇ, ਜਮਾਂ ਦੇ, ਸਭ ਪ੍ਰਕਾਰ ਦੇ ਜਿੰਨੇ ਵੀ ਡਰ ਹਨ ਉਹ ਦੂਰ ਹੋ ਜਾਂਦੇ ਹੈ। ਇਹ ਗੁਰੂ ਕੀ ਪਾਵਨ ਸ਼ਰਨ ਆਉਣ ਦਾ ਮਹੱਤਮ ਹੈ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ ਕਿ ਚਾਹੇ ਇਨਸਾਨ ਨੇ ਕੋਈ ਜਪ ਤਪ ਬੰਦਗੀ ਨਹੀਂ ਕੀਤੀ, ਕੋਈ ਸੇਵਾ ਸਿਮਰਨ ਆਪਣੇ ਜੀਵਨ ਦੇ ਅੰਦਰ ਨਹੀਂ ਕਰ ਸਕਿਆ, ਅਤੇ ਜੇ ਉਹ ਆਪਣਾ ਭਲਾ ਚਾਹੁੰਦਾ ਹੈ ਅਤੇ ਜੇ ਉਹ ਮਨ ਦੀ ਗਰੀਬੀ ਲੈ ਕੇ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਦੀ ਸ਼ਰਨ ਪੈ ਜਾਏ, ਪਰਮੇਸ਼ਰ ਦੀ ਸ਼ਰਨ ਪੈ ਜਾਏ, ਅਤੇ ਸਤਿਗੁਰੂ ਜੀ ਕਹਿੰਦੇ ਉਹਦੀ ਰੱਖਿਆ ਹੁੰਦੀ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਸ਼ਰਨ ਪਏ ਦੀ ਰੱਖਿਆ ਉਹ ਪਰਮੇਸ਼ਰ ਵਾਹਿਗੁਰੂ ਕਰਦਾ ਹੈ। ਇਸੇ ਪ੍ਰਕਾਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਦੋਂ ਕੋਈ ਪਰਮੇਸ਼ਰ ਦੀ, ਗੁਰੂ ਦੀ ਸ਼ਰਨ ਆਉਂਦਾ ਹੈ ਅਤੇ ਉਹ ਪਰਮੇਸ਼ਰ ਗੁਰੂ ਉਸ ਨੂੰ ਕੰਠ ਦੇ ਨਾਲ ਲਾਉਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸ਼ਰਨ ਪੈਣ ਦਾ, ਸ਼ਰਨ ਆਉਣ ਦਾ ਭਾਵ ਕੀ ਹੈ, ਕਿਸ ਨੂੰ ਸ਼ਰਨ ਪੈਣਾ ਆਖਿਆ ਜਾਂਦਾ। ਜਦੋਂ ਆਪਾਂ ਗੁਰੂ ਘਰੇ ਆ ਜਾਂਦੇ ਹਾਂ, ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਜਾਂਦੇ ਹਾਂ, ਪਾਠ ਸੁਣਨ ਲੱਗ ਜਾਂਦੇ ਹਾਂ, ਕਥਾ ਸੁਣਨ ਲੱਗ ਜਾਂਦੇ ਹਾਂ, ਕੀਰਤਨ ਸੁਣਨ ਲੱਗ ਜਾਂਦੇ ਹਾਂ, ਉਦੋਂ ਜਿਹੜੀ ਸਾਡੇ ਮਨ ਦੀ ਅਵਸਥਾ ਹੁੰਦੀ ਹੈ, ਉਦੋਂ ਸਾਡੇ ਮਨ ਦੇ ਅੰਦਰ ਕੇਵਲ ਅਤੇ ਕੇਵਲ ਗੁਰੂ ਦਾ ਧਿਆਨ ਹੁੰਦਾ। ਉਹ ਜਿਹੜੀ ਅਵਸਥਾ ਹੈ ਉਹ ਅੱਠੇ ਪਹਿਰ ਬਣੀ ਰਵੇ, ਹਰ ਸਮੇਂ ਗੁਰੂ ਦੇ ਚਰਨਾਂ ਦੇ ਵਿੱਚ ਉਸੇ ਤਰ੍ਹਾਂ ਜੁੜਿਆ ਰਵੇ, ਉਹਨੂੰ ਸ਼ਰਨ ਪੈਣਾ ਕਹਿੰਦੇ। ਇਹ ਨਹੀਂ ਕਿ ਗੁਰੂ ਘਰੇ ਆ ਕੇ ਹੀ ਆਪਣੇ ਮਨ ਦੀ ਐਸੀ ਅਵਸਥਾ ਬਾਣੀ ਕੀਰਤਨ ਦੁਆਰਾ ਬਣਦੀ ਹੈ। ਬਾਹਰ ਵੀ ਜਦੋਂ ਤੁਰਦਿਆਂ ਫਿਰਦਿਆਂ ਜਿੱਥੇ ਵੀ ਵਿਚਰਦਾ ਹੈ, ਜੇ ਉਹਦੇ ਅੰਦਰ ਗੁਰੂ ਕੀ ਪਾਵਨ ਬਾਣੀ ਦਾ ਸ਼ਬਦ ਚੱਲ ਰਿਹਾ, ਨਾਮ ਗੁਰਮੰਤਰ ਮੂਲ ਮੰਤਰ ਚੱਲ ਰਿਹਾ, ਅਤੇ ਉਹ ਪ੍ਰਭੂ ਦੀ, ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹੈ। ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਕੇ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਜਦੋਂ ਕੋਈ ਮਨ ਕਰਕੇ ਜੁੜ ਜਾਂਦਾ ਹੈ ਅਤੇ ਉਹ ਗੁਰੂ ਦੀ ਸ਼ਰਨ ਦੇ ਵਿੱਚ, ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈ ਜਾਂਦਾ।
ਉਹਨੂੰ ਸਤਿਗੁਰੂ ਜੀ ਕਹਿੰਦੇ ਫਿਰ ਜਿਹੜਾ ਇੱਦਾਂ ਸ਼ਰਨ ਦੇ ਵਿੱਚ ਪੈ ਜਾਏ, ਜੀ ਜੰਤ ਸਭ ਹਾਥ ਤਿਸੈ ਕੈ ਸੋ ਪ੍ਰਭ ਅੰਤਰਜਾਮੀ। ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੋ ਅੰਤਰਜਾਮੀ ਹੈ, ਅੰਦਰ ਦੀਆਂ ਜਾਣਨ ਵਾਲਾ, ਅੰਦਰ ਦਾ ਪ੍ਰੇਰਕ ਹੈ, ਸਭ ਕੁਝ ਉਸੇ ਦੇ ਹੱਥ ਦੇ ਵਿੱਚ ਹੈ। ਸਭ ਕੁਝ ਕਰਨ ਕਰਾਉਣ ਵਾਲਾ ਫਿਰ ਉਸੇ ਨੂੰ ਸਮਝਦਾ ਹੈ, ਉਹਦੇ ਹੁਕਮ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਚੱਲਦਾ ਹੈ। ਇਸ ਪ੍ਰਕਾਰ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਦੇ ਯਤਨ ਕਰੀਏ ਜੀ। ਸਾਰੀ ਸੰਗਤ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਮਿਲ ਪ੍ਰਭੂ ਚਿਤਾਰਿਆ, ਕਾਰਜ ਸਭ ਸਵਾਰਿਆ। ਸਤਿਗੁਰੂ ਜੀ ਕਹਿੰਦੇ ਗੁਰੂ ਦੇ ਨਾਲ ਮਿਲ ਕੇ, ਗੁਰੂ ਵਾਲੇ ਬਣ ਕੇ, ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ ਹੈ, ਉਹਨੂੰ ਚਿਤਾਰਿਆ ਤੋਂ ਭਾਵ ਉਹਦਾ ਸਿਮਰਨ ਕੀਤਾ ਹੈ, ਉਹਨਾਂ ਦੇ ਕਾਰਜ ਕਹਿੰਦੇ ਕਾਰਜ ਸਭ ਸਵਾਰੇ। ਸਾਰੇ ਉਹਨਾਂ ਦੇ ਲੋਕ ਪਰਲੋਕ ਦੇ ਕਾਰਜ ਜਿਹੜੇ ਉਹ ਸਵਰ ਜਾਂਦੇ ਆ। ਜਦੋਂ ਕੋਈ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਆਪਾਂ ਪਰਮੇਸ਼ਰ ਦਾ ਨਾਮ ਜਪਦੇ ਹਾਂ, ਸਿੱਖ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਹਰੇਕ ਕਾਰਜ ਤੋਂ ਪਹਿਲਾਂ ਅਰਦਾਸ ਜਿਹੜੀ ਉਹ ਸਿੱਖ ਨੇ ਕਰਨੀ ਹੈ। ਇਤਿਹਾਸ ਦੇ ਅੰਦਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਤਾਈਂ ਅਰਦਾਸਾਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਸਤਿਗੁਰਾਂ ਨੇ ਕਦੋਂ ਕਦੋਂ ਸਿੱਖ ਨੇ ਅਰਦਾਸ ਕਰਨੀ ਹੈ, ਕਿਵੇਂ ਕਿਵੇਂ ਕਰਨੀ ਹੈ, ਇਹ ਸਾਰੇ ਉਪਦੇਸ਼ ਇਤਿਹਾਸ ਦੇ ਅੰਦਰ ਬੜੇ ਲੰਮੇ ਪ੍ਰਸੰਗ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹੈ। ਇਸੇ ਪ੍ਰਕਾਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ। ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ ਹੈ, ਉਹਨਾਂ ਦੇ ਸਾਰੇ ਕਾਰਜ ਲੋਕ ਤੇ ਪਰਲੋਕ ਦੇ ਜਿਹੜੇ ਉਹ ਸਵਰ ਜਾਂਦੇ। ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਜਿਹੜੀ ਹੈ, ਇਹ ਸਤਿਗੁਰੂ ਜੀ ਕਹਿੰਦੇ ਕਰਨੀ ਬੜੀ ਕਠਿਨ ਹੈ। ਗੁਰੂ ਹੀ ਸਿੱਖ ਦੇ ਤਾਈਂ ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਬਖਸ਼ਿਸ਼ ਕਰਦਾ ਹੈ। ਗੁਰੂ ਤੋਂ ਬਿਨਾਂ ਪਰਮੇਸ਼ਰ ਦੇ ਸੰਬੰਧ ਦੇ ਵਿੱਚ ਕੋਈ ਗਿਆਨ ਹਾਸਲ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਆਪਣੀ ਪਾਵਨ ਬਾਣੀ ਦੇ ਅੰਦਰ ਕਿ ਗੁਰੂ ਤੋਂ ਬਿਨਾਂ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਠਿਨ ਹੈ। ਜਿਵੇਂ ਮਹਾਨ ਭਗਤ ਤੁਲਸੀਦਾਸ ਹੋਇਆ, ਉਸ ਨੂੰ ਕਿਸੇ ਨੇ ਸਵਾਲ ਕੀਤਾ ਕਿ ਜੇ ਤੇਰੇ ਸਾਹਮਣੇ ਗੁਰੂ ਅਤੇ ਪਰਮੇਸ਼ਰ ਦੋਵੇਂ ਖੜ੍ਹੇ ਹੋਣ, ਇੱਕ ਪਾਸੇ ਗੁਰੂ ਖਲੋਤਾ ਹੋਵੇ, ਇੱਕ ਪਾਸੇ ਪਰਮੇਸ਼ਰ ਖਲੋਤਾ ਹੋਵੇ, ਅਤੇ ਤੂੰ ਕਿਸ ਦਾ ਆਦਰ ਅਤੇ ਸਤਿਕਾਰ ਕਰੇਂਗਾ। ਅਤੇ ਭਗਤ ਸੁਆਮੀ ਤੁਲਸੀਦਾਸ ਜੀ ਨੇ ਬਚਨ ਲਿਖੇ, ਗੁਰ ਗੋਬਿੰਦ ਦੋਨੋਂ ਖੜ੍ਹੇ ਕਿਸ ਕੇ ਲਾਗੋਂ ਪਾਏ, ਬਾਹਰ ਜਾਉ ਤਿਸ ਗੁਰੂ ਕੇ ਜਿਨ ਗੋਬਿੰਦ ਦਿਓ ਮਿਲਾਏ। ਕਹਿੰਦੇ ਗੋਬਿੰਦ ਦੀ ਪ੍ਰਾਪਤੀ ਤੇ ਮੈਨੂੰ ਗੁਰੂ ਦੁਆਰਾ ਹੋਈ ਹੈ, ਅਤੇ ਮੈਂ ਉਸ ਗੁਰੂ ਤੋਂ ਬਲਿਹਾਰ ਕੁਰਬਾਨ ਜਾਂਦਾ ਜਿਸ ਗੁਰੂ ਨੇ ਮੈਨੂੰ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਭਾਵ ਕਿ ਗੁਰੂ ਤੋਂ ਬਿਨਾਂ ਉਹ ਪਰਮੇਸ਼ਰ ਦੀ ਪ੍ਰਾਪਤੀ ਬੜੀ ਕਠਿਨ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਮਿਲ ਪ੍ਰਭੂ ਚਿਤਾਰਿਆ। ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਜਿਵੇਂ ਸਤਿਗੁਰਾਂ ਨੇ ਉਪਦੇਸ਼ ਕੀਤਾ, ਉਹਦੇ ਅਨੁਸਾਰ ਪਰਮੇਸ਼ਰ ਦੀ ਭਗਤੀ ਕੀਤੀ ਹੈ, ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ ਹੈ, ਕਾਰਜ ਸਭ ਸਵਾਰਿਆ। ਉਹਨਾਂ ਦੇ ਸਾਰੇ ਕਾਰਜ ਜਿਹੜੇ ਆ ਲੋਕ ਅਤੇ ਪਰਲੋਕ ਦੇ, ਸਾਰੇ ਹੀ ਉਹ ਪਰਮੇਸ਼ਰ ਵਾਹਿਗੁਰੂ ਨੇ, ਗੁਰੂ ਨੇ ਸਵਾਰ ਦਿੱਤੇ ਹਨ। ਮੰਦਾ ਕੋ ਨਾ ਅਲਾਏ
ਸਭ ਜੈ ਜੈਕਾਰ ਸੁਣਾਏ। ਸਤਿਗੁਰੂ ਜੀ ਕਹਿੰਦੇ ਫਿਰ ਲੋਕ ਤੇ ਪ੍ਰਲੋਕ ਦੇ ਅੰਦਰ ਕੋਈ ਉਹਨਾਂ ਨੂੰ ਮੰਦਾ ਬਚਨ ਜਿਹੜਾ ਇਹ ਨਹੀਂ ਅਲਾਏ ਕਹਿੰਦਾ। ਇਸ ਲੋਕ ਦੇ ਅੰਦਰ ਵੀ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਹੈ, ਪ੍ਰਲੋਕ ਦੇ ਅੰਦਰ ਵੀ। ਲੋਕ ਸੁਖੀਏ ਪ੍ਰਲੋਕ ਸੁਹੇਲੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਗੇ ਦਰਗਾਹ ਦੇ ਅੰਦਰ, ਇਸ ਲੋਕ ਦੇ ਅੰਦਰ ਕੋਈ ਵੀ ਮੰਦਾ ਬਚਨ ਉਹਨਾਂ ਨੂੰ ਨਹੀਂ ਕਹਿੰਦਾ। ਸਭ ਜੈ ਜੈਕਾਰ ਸੁਣਾਏ। ਸਭ ਥਾਵਾਂ 'ਤੇ ਜੈ ਜੈਕਾਰ ਹੁੰਦੀ ਹੈ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਦਾ ਨਾਮ ਵਸ ਗਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸਦਾ ਹੀ ਜੈ ਜੈਕਾਰ ਹੈ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸਾਖੀ ਆਉਂਦੀ ਹੈ। ਸਤਿਗੁਰਾਂ ਨੇ ਸਿੱਖਾਂ ਨੂੰ ਸਵਾਲ ਪਾਇਆ। ਮਹਾਰਾਜ ਕਹਿਣ ਲੱਗੇ ਵੀ ਸਿੱਖੋ ਇਸ ਸਵਾਲ ਦਾ ਜਵਾਬ ਦਿਓ ਕਿ ਭਗਤ ਕਬੀਰ ਸਾਹਿਬ ਜੀ ਦੇ ਸਮੇਂ ਹਕੂਮਤ ਕਿਸ ਦੀ ਸੀ, ਰਾਜ ਕਿਸ ਦਾ ਚੱਲਦਾ ਸੀ। ਸਿੱਖਾਂ ਨੇ ਆਪੋ ਆਪਣੇ ਗਿਆਨ ਮੁਤਾਬਕ ਦੱਸਣਾ ਸ਼ੁਰੂ ਕੀਤਾ। ਕਿਸੇ ਨੇ ਸਿਕੰਦਰ ਦਾ ਨਾਮ ਲਿਆ, ਕਿਸੇ ਨੇ ਕਿਸੇ ਰਾਜੇ ਦਾ ਨਾਮ ਲਿਆ, ਪਰ ਕੋਈ ਨਿਰਣਾ ਨਹੀਂ ਕਰ ਸਕਿਆ। ਤਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਿੱਖੋ ਇਹ ਤੁਹਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਭਗਤ ਕਬੀਰ ਸਾਹਿਬ ਜੀ ਕਿੰਨੇ ਪਹਿਲਾਂ ਇਸ ਸੰਸਾਰ 'ਤੇ ਹੋਏ, ਪਰ ਉਹਨਾਂ ਦਾ ਨਾਮ ਜਿਹੜਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਕਿਸੇ ਨੂੰ ਮਰਜ਼ੀ ਆਪਾਂ ਪੁੱਛ ਸਕਦੇ ਹਾਂ। ਜਿਹਨੂੰ ਵੀ ਪੁੱਛੀਏ ਕਿ ਭਗਤ ਕਬੀਰ ਸਾਹਿਬ ਜੀ ਹੋਏ ਹੈ, ਉਹ ਕਹੇਗਾ ਹਾਂ ਹੋਏ ਹੈ, ਉਹਨਾਂ ਦੀ ਬਾਣੀ ਹੈ। ਪਰ ਦੂਸਰੇ ਬੰਨੇ ਜੇ ਰਾਜਿਆਂ ਦਾ ਆਪਾਂ ਨਿਰਣਾ ਕਰੀਏ ਤਾਂ ਕੋਈ ਨਹੀਂ ਹੋ ਸਕਦਾ ਕਿ ਕਿਹੜਾ ਉਸ ਸਮੇਂ ਹੋਇਆ, ਕਿਹੜਾ ਨਹੀਂ ਹੋਇਆ। ਅਤੇ ਇਹਦਾ ਕਾਰਨ ਕੀ ਹੈ ਕਿ ਉਹਨਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸ ਗਿਆ। ਪਰਮਾਤਮਾ ਦਾ ਜਿਹੜਾ ਨਾਮ ਜਦੋਂ ਅੰਦਰ ਵਸ ਗਿਆ ਅਤੇ ਨਾਮ ਸਦਾ ਰਹਿਣ ਵਾਲਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇਸੇ ਪ੍ਰਕਾਰ ਹੀ ਸਤਿਯੁਗ ਦੇ ਸਮੇਂ ਦੇ ਅੰਦਰ ਭਗਤ ਧਰੂ, ਭਗਤ ਪ੍ਰਹਿਲਾਦ ਜੀ ਹੋਏ, ਪਰ ਉਹਨਾਂ ਦਾ ਜ਼ਿਕਰ ਅੱਜ ਵੀ ਆਪਾਂ ਲੈਂਦੇ ਹਾਂ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ, ਉਹਨਾਂ ਦੀ ਸਦਾ ਹੀ ਜੈ ਜੈਕਾਰ ਜਿਹੜੀ ਲੋਕ ਅਤੇ ਪ੍ਰਲੋਕ ਦੇ ਅੰਦਰ ਹੁੰਦੀ ਹੈ। ਸੰਤੋ ਸਾਚੀ ਸਰਣ ਸੁਆਮੀ। ਸਤਿਗੁਰੂ ਜੀ ਕਹਿੰਦੇ ਹੈ ਸਾਧੂ ਮਹਾਤਮਾ ਜਨੋ, ਸੁਆਮੀ ਮਾਲਕ ਦੀ ਪਰਮੇਸ਼ਰ ਦੀ ਜਿਹੜੀ ਸ਼ਰਨ ਹੈ ਉਹ ਸੱਚੀ ਹੈ। ਉਸ ਦੀ ਸ਼ਰਨ ਦੇ ਅੰਦਰ ਸਭ ਤਰ੍ਹਾਂ ਦਾ ਨਿਆਂ ਹੁੰਦਾ। ਉੱਥੇ ਕੋਈ ਛਲ, ਕੋਈ ਠੱਗੀ, ਕੋਈ ਧੋਖਾ ਨਹੀਂ ਹੁੰਦਾ। ਉਹ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਜਿਹੜੀ ਹੈ ਉਹ ਸਭ ਤੋਂ ਸੱਚੀ ਹੈ। ਉਹਦਾ ਦਰਬਾਰ ਜਿਹੜਾ ਸਭ ਤੋਂ ਸੱਚਾ ਹੈ। ਸੰਸਾਰੀ ਦਰਬਾਰਾਂ ਦੇ ਅੰਦਰੋਂ, ਸੰਸਾਰੀ ਕਚਹਿਰੀਆਂ ਦੇ ਅੰਦਰੋਂ ਮਨੁੱਖ ਨਿਕਲ ਸਕਦਾ, ਪਰ ਉਹ ਪਰਮੇਸ਼ਰ ਦੀ ਸ਼ਰਨ ਐਸੀ ਹੈ, ਉਹਦਾ ਦਰਬਾਰ ਐਸਾ ਹੈ, ਉੱਥੇ ਤੇ ਸੱਚ ਦਾ ਨਿਆਂ ਹੁੰਦਾ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਮਾਨਸਾ ਕਿਹੋ ਦੀ ਬਾਣ ਹੋ, ਕੋਈ ਨਸ ਭੱਜ ਨਿਕਲੈ, ਹਰ ਦੀ ਬਾਣ ਹੋ ਕੋਈ ਕਿੱਥੇ ਜਾਇਆ। ਜਿਹੜੇ ਮਨੁੱਖਾਂ ਦੇ ਬਣਾਏ ਹੋਏ ਦਰਬਾਰ ਕਚਹਿਰੀਆਂ ਹਨ, ਉੱਥੋਂ ਤੇ ਨਿਕਲ ਜਾਂਦੇ ਹੈ, ਪਰ ਜਿਹੜੀ ਹਰੀ ਪਰਮੇਸ਼ਰ ਦੀ ਸ਼ਰਨ ਹੈ, ਉਹਦੀ ਜਿਹੜੀ ਦਰਗਾਹ ਹੈ, ਉਹਦੇ 'ਚੋਂ ਨਹੀਂ ਨਿਕਲਿਆ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਸੱਚੇ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸੱਚੀ ਸ਼ਰਨ ਹੈ, ਉਹਦੇ ਵਿੱਚ ਆਪਾਂ ਨੂੰ ਪੈਣਾ ਚਾਹੀਦਾ ਹੈ। ਜੀ ਜੰਤ ਸਭ ਹਾਥ ਤਿਸੈ ਕੈ, ਸੋ ਪ੍ਰਭ ਅੰਤਰ ਜਾਮੀ। ਸਤਿਗੁਰੂ ਜੀ ਕਹਿੰਦੇ ਜੀਵ ਜੰਤ ਸੂਖਮ ਅਤੇ ਸਥੂਲ, ਛੋਟੇ ਵੱਡੇ, ਸਭ ਉਸੇ ਦੇ ਹੱਥ ਦੇ ਵਿੱਚ ਹੈ। ਸਭ ਦੀ ਜਿਹੜੀ ਪ੍ਰਾਣਾ ਰੂਪੀ ਡੋਰ ਹੈ, ਰਿਜ਼ਕ ਰੂਪੀ ਡੋਰ ਹੈ, ਸਭ ਉਹ ਪਰਮੇਸ਼ਰ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ। ਸਰਬ ਪਾਲਕ, ਸਰਬ ਘਾਲਕ, ਸਰਬ ਕੋ ਪੁੰਨ ਕਾਲ। ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਇਸ ਸੰਸਾਰ 'ਤੇ ਸਭ ਨੂੰ ਘੱਲਣ ਵਾਲਾ, ਉੱਥੇ ਭੇਜ ਕੇ ਉਹਨਾਂ ਦੀ ਪਾਲਣਾ ਵੀ ਕਰਨ ਵਾਲਾ, ਅਤੇ ਜਦੋਂ ਆਯੂ ਪੂਰੀ ਹੁੰਦੀ ਹੈ ਫਿਰ ਕਾਲ ਕਰਨ ਵਾਲਾ ਵੀ ਉਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ
ਉਹਦੇ ਹੱਥ ਦੇ ਵਿੱਚ ਹੀ ਇਹ ਸਭ ਕੁਝ ਹੈ। ਸੋ ਪ੍ਰਭ ਅੰਤਰਜਾਮੀ, ਉਹੀ ਪਰਮੇਸ਼ਰ ਵਾਹਿਗੁਰੂ ਅੰਦਰ ਦੀਆਂ ਜਾਣਨ ਵਾਲਾ, ਅੰਦਰ ਦਾ ਪ੍ਰੇਰਕ ਵਾਹਿਗੁਰੂ ਹੈ। ਰਹਾਉ ਕਰਤਬ ਸਭ ਸਵਾਰੇ, ਪ੍ਰਭ ਆਪਣਾ ਬਿਰਦ ਸਮਾਰੇ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਜਿਹੜੇ ਕਰਤਬ ਹਨ, ਕਰਨ ਯੋਗ ਜਿਹੜੇ ਕੰਮ ਹਨ, ਉਹ ਸਾਰੇ ਹੀ ਪਰਮੇਸ਼ਰ ਨੇ ਸਵਾਰ ਦਿੱਤੇ। ਭਗਤੀ ਦੇ ਕਾਰਜ, ਨਾਮ ਦੇ ਕਾਰਜ, ਸੇਵਾ ਦੇ ਕਾਰਜ, ਉਹ ਸਾਰੇ ਹੀ ਪਰਮੇਸ਼ਰ ਨੇ ਸਵਾਰ ਦਿੱਤੇ ਹਨ। ਪ੍ਰਭ ਆਪਣਾ ਬਿਰਦ ਸਮਾਰੇ, ਉਹ ਪਰਮੇਸ਼ਰ ਵਾਹਿਗੁਰੂ ਆਪਣੇ ਬਿਰਦ ਦੀ ਸੰਭਾਲ ਕਰਦਾ ਹੈ। ਬਿਰਦ ਦਾ ਅਰਥ ਹੈ ਸੁਭਾਅ, ਉਸ ਦਾ ਨਿਯਮ, ਜਿਹੜਾ ਉਹਨੇ ਨਿਯਮ ਬਣਾਇਆ ਹੋਇਆ ਕਿ ਜਿਹੜਾ ਉਹਦੀ ਸ਼ਰਨ ਆ ਜਾਏ ਉਹਦੀ ਰੱਖਿਆ ਕਰਦਾ, ਇਹ ਉਹਦਾ ਸੁਭਾਅ ਹੈ, ਉਹਦਾ ਬਿਰਦ ਹੈ। ਇਹਦੀ ਉਹ ਸੰਭਾਲ ਪਰਮੇਸ਼ਰ ਵਾਹਿਗੁਰੂ ਆਪ ਕਰਦਾ ਹੈ। ਪਤਿਤ ਪਾਵਨ ਪ੍ਰਭ ਨਾਮਾ, ਜਨ ਨਾਨਕ ਸਦ ਕੁਰਬਾਨਾ। ਸਤਿਗੁਰੂ ਜੀ ਕਹਿੰਦੇ ਪ੍ਰਭੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਪਤਿਤ ਪਾਵਨ ਹੈ। ਪਤਿਤ ਕਹਿੰਦੇ ਹਨ ਜਿਹੜਾ ਕੋਈ ਪਾਪੀ ਜੀਵ ਹੈ, ਜਿਹਨੇ ਪਾਪ ਕੀਤੇ, ਉਹਨੂੰ ਜੇ ਕੋਈ ਪਵਿੱਤਰ ਕਰ ਸਕਦਾ ਹੈ ਤੇ ਉਹ ਪਰਮੇਸ਼ਰ ਦਾ ਨਾਮ ਹੈ। ਕਲਯੁਗ ਦੇ ਸਮੇਂ ਦੇ ਅੰਦਰ ਕਿਸੇ ਵੀ ਸਾਧਨ ਦੁਆਰਾ ਕੀਤੇ ਹੋਏ ਪਾਪ ਜਿਹੜੇ ਆ ਦੂਰ ਨਹੀਂ ਹੁੰਦੇ। ਚਾਹੇ ਕੋਈ ਲੱਖਾਂ ਯਤਨ ਕਰੇ, ਲੱਖਾਂ ਤਰੀਕਿਆਂ ਦੇ ਨਾਲ ਉਪਰਾਲੇ ਕਰੇ ਕਿ ਮੈਂ ਆਪਣੇ ਕੀਤੇ ਹੋਏ ਪਾਪ ਜਿਹੜੇ ਉਹਨਾਂ ਨੂੰ ਮਾਫ ਕਰਾ ਸਕਦਾ, ਇੱਕੋ ਇੱਕ ਤਰੀਕਾ ਹੈ ਪਰਮੇਸ਼ਰ ਦਾ ਨਾਮ। ਕਲਯੁਗ ਦੇ ਸਮੇਂ ਦੇ ਅੰਦਰ ਜਿਹੜੇ ਨੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਿਆ, ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਨਾਮ ਹੀ ਇੱਕ ਐਸਾ ਉਹ ਸਾਬਣ ਹੈ, ਐਸਾ ਉਹ ਜੁਗਤੀ ਦੇ ਨਾਲ ਮਨ ਦੀ ਜਿਹੜੀ ਮਲੀਨਤਾ ਹੈ, ਮਨ ਦੇ ਵਿੱਚੋਂ ਜਿਹੜੇ ਵਿਕਾਰ ਹਨ, ਮੈਲ ਹੈ, ਉਸ ਨੂੰ ਲਾਹ ਦਿੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਤਿਤ ਪਾਵਨ ਪ੍ਰਭ ਨਾਮਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਜਨ ਨਾਨਕ ਸਦ ਕੁਰਬਾਨਾ, ਐਸੇ ਨਾਮ ਤੋਂ ਅਸੀਂ ਸਦਾ ਹੀ ਸਤਿਗੁਰੂ ਜੀ ਕਹਿੰਦੇ ਕੁਰਬਾਨ ਬਲਿਹਾਰ ਜਾਂਦੇ ਹਾਂ। ਸੋਰਠ ਮਹੱਲਾ ਪੰਜਵਾ। ਪਾਰ ਬ੍ਰਹਮ ਸਾਜ ਸਵਾਰਿਆ, ਇਹੋ ਲਹੜਾ ਗੁਰੂ ਉਬਾਰਿਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੇ ਸ਼ਬਦ ਦੇ ਅੰਦਰ ਰੱਖਿਆ ਦਾ ਸ਼ਬਦ ਉਚਾਰਨ ਕਰਦੇ ਹਨ ਕਿ ਜਿਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜਿਵੇਂ ਪਿੱਛੇ ਸ਼ਬਦ ਆਏ ਹਨ ਕਿ ਸਰੀਰਕ ਤਾਪ ਤੋਂ ਜਦੋਂ ਮੁਕਤੀ ਹੋਈ, ਉਹ ਸਰੀਰਕ ਤਾਪ ਜਦੋਂ ਖਤਮ ਹੋਇਆ ਤਾਂ ਸਤਿਗੁਰਾਂ ਨੇ ਪਰਮੇਸ਼ਰ ਦਾ ਸ਼ੁਕਰ ਕਰਦਿਆਂ ਹੋਇਆਂ ਸ਼ਬਦ ਉਚਾਰਨ ਕੀਤੇ। ਇਸੇ ਪ੍ਰਕਾਰ ਹੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਰੀਰਕ ਰੋਗ ਜਿਹੜਾ ਸੀਤਲਾ ਦਾ ਹੋਇਆ, ਕਿਉਂਕਿ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਰਾਤਾ ਪ੍ਰਿਥੀ ਚੰਦ ਜੀ ਸਨ, ਉਹ ਵੀ ਗੁਰੂ ਘਰ ਦੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਨ। ਉਹਨਾਂ ਦੇ ਅੰਦਰ ਵੀ ਉਹ ਗੁਰੂ ਘਰ ਦੀ ਕਲਾ ਅਜ਼ਮਤ ਸ਼ਕਤੀ ਸੀ ਤੇ ਉਹਨਾਂ ਨੇ ਸੁਤੇ ਸਿੱਧ ਈਰਖਾ ਦੇ ਵਸ ਹੋ ਕੇ ਕਿ ਗੁਰਤਾ ਗੱਦੀ ਮੈਨੂੰ ਨਹੀਂ ਮਿਲੀ, ਇਹ ਬਚਨ ਕਰ ਦਿੱਤਾ ਸੀ ਕਿ ਇਹਨਾਂ ਦੇ ਪਹਿਲਾਂ ਤੇ ਇਹ ਬਚਨ ਕੀਤਾ ਕਿ ਇਹਨਾਂ ਦੇ ਘਰ ਦੇ ਵਿੱਚ ਸੰਤਾਨ ਨਹੀਂ ਹੋਏਗੀ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕੁਝ ਕਰ ਸਕਦੇ ਸਨ, ਪਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਸਨ ਪ੍ਰਿਥੀ ਚੰਦ ਜੀ, ਤੇ ਸਿੱਖ ਸੰਗਤਾਂ ਦੇ ਅੰਦਰ ਇਹ ਨਾ ਆ ਜਾਏ ਕਿ ਇਹਨਾਂ ਦੇ ਪੁੱਤਰਾਂ ਦੇ ਅੰਦਰ ਬਚਨ ਜਿਹੜੇ ਪੂਰੇ ਨਹੀਂ ਹੁੰਦੇ, ਸ਼ਕਤੀ ਨਹੀਂ ਕੋਈ। ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ ਰਾਹੀਂ ਉਹ ਕਿਰਪਾ ਕਰ ਦਿੱਤੀ। ਇਸੇ ਪ੍ਰਕਾਰ ਹੀ ਫਿਰ ਇਹਨਾਂ ਨੇ ਬਚਨ ਕਰ ਦਿੱਤਾ ਸੀ ਕਿ ਪੁੱਤਰ ਜਦੋਂ ਹੋਇਆ ਕਿ ਇਹ ਤੇ ਸੀਤਲਾ ਦੇ ਨਾਲ, ਸੀਤਲਾ ਬਿਮਾਰੀ ਚੇਚਕ ਦੀ ਉਹ ਹੋ ਜਾਏਗੀ। ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਵੀ ਬਚਨ ਪੂਰਾ ਕਰਾ ਦਿੱਤਾ ਤੇ ਉਹ ਵੀ ਰੋਗ ਜਿਹੜਾ ਸੀ, ਉਹ ਵੀ ਜਿਹੜਾ ਸਰੀਰਕ ਕਸ਼ਟ ਸੀ, ਉਹ ਵੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੁਆਰਾ ਜਿਵੇਂ ਦੂਰ ਹੋ ਗਿਆ। ਤੇ ਉਹਦੇ ਸ਼ੁਕਰਾਨੇ ਵਿੱਚ ਸਤਿਗੁਰਾਂ ਨੇ ਪਾਵਨ ਸ਼ਬਦ ਜਿਹੜਾ ਉਚਾਰਨ ਕੀਤਾ। ਤਾਂ ਸਤਿਗੁਰੂ ਜੀ ਬਚਨ ਕਰਦੇ ਹਨ, ਪਾਰ ਬ੍ਰਹਮ ਸਾਜ ਸਵਾਰਿਆ,
ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ, ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਵਾਹਿਗੁਰੂ ਹੈ। ਉਸ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਧਾਰਨ ਕਰਕੇ ਗੁਰਤਾ ਗੱਦੀ ਦੇ ਤਖਤ ਨੂੰ ਸਾਜਿਆ ਹੈ ਤੇ ਗੁਰਤਾ ਗੱਦੀ ਦੇ ਤਖਤ ਨੂੰ ਸਾਜ ਕੇ ਫਿਰ ਅੱਗੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਸਵਾਰਿਆ ਹੈ। ਇਸੇ ਪ੍ਰਕਾਰ ਹੀ ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਗੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਵਾਰਿਆ ਹੈ। ਇਸੇ ਪ੍ਰਕਾਰ ਇਹ ਜਿਹੜੀ ਪਰੰਪਰਾ ਚੱਲਦੀ ਆਈ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਗਿਆਸੂ ਦੇ ਮਨ ਦੇ ਅੰਦਰੋਂ, ਜਗਿਆਸੂ ਦੇ ਹਿਰਦੇ ਦੇ ਅੰਦਰੋਂ ਜਿਹੜੇ ਸ਼ੁਭ ਗੁਣ ਹਨ, ਸਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਨੂੰ ਸਾਜ ਕੇ, ਇਹਨਾਂ ਨੂੰ ਪੈਦਾ ਕਰਕੇ ਤੇ ਭਗਤੀ ਰੂਪੀ, ਬੰਦਗੀ ਰੂਪੀ ਕਾਰਜ ਜਿਹੜਾ ਉਹ ਜਗਿਆਸੂ ਦਾ ਸਵਾਰ ਦਿੱਤਾ ਹੈ। ਇਹੋ ਲਹੁੜਾ ਗੁਰੂ ਉਬਾਰਿਆ। ਲਹੁੜੇ ਦਾ ਅਰਥ ਹੁੰਦਾ ਜਿਹੜਾ ਛੋਟੀ ਉਮਰ ਦਾ ਬੱਚਾ ਹੈ, ਬਾਲਕ ਹੈ, ਜਿਹੜਾ ਜਿਸ ਦੀ ਉਮਰ ਬੜੀ ਛੋਟੀ ਹੈ। ਜਿਵੇਂ ਸਾਹਿਬਜ਼ਾਦੇ ਦੀ ਉਮਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਛੋਟੀ ਸੀ ਉਸ ਸਮੇਂ, ਤਾਂ ਸਤਿਗੁਰੂ ਜੀ ਕਹਿੰਦੇ ਇਹੋ ਲਹੁੜਾ ਗੁਰੂ ਉਬਾਰਿਆ। ਇਹ ਬਾਲਕ ਰੂਪ ਦੇ ਅੰਦਰ ਜਿਹੜੀ ਰੱਖਿਆ ਹੋਈ ਇਹਨਾਂ ਦੀ, ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਉਬਾਰਿਆ, ਆਪ ਹੀ ਕਿਰਪਾ ਕਰਕੇ ਇਹਨਾਂ ਦੀ ਰੱਖਿਆ ਜਿਹੜੀ ਉਹ ਕੀਤੀ ਹੈ। ਆਨੰਦ ਕਰਹੁ ਪਿਤ ਮਾਤਾ, ਪਰਮੇਸ਼ਰ ਜੀ ਕਾ ਦਾਤਾ। ਸਤਿਗੁਰੂ ਜੀ ਕਹਿੰਦੇ ਜਦੋਂ ਸਾਹਿਬਜ਼ਾਦੇ ਦੀ ਸਰੀਰਕ ਤੰਦਰੁਸਤੀ ਹੋਈ, ਇਹ ਰੋਗ ਜਿਹੜਾ ਦੂਰ ਹੋਇਆ, ਆਨੰਦ ਕਰਹੁ ਪਿਤ ਮਾਤਾ। ਉਸ ਸਮੇਂ ਆਨੰਦ ਜਿਹੜਾ ਸਿੱਖ ਸੰਗਤਾਂ ਨੇ ਸਾਨੂੰ ਆ ਕੇ ਕਿਹਾ ਕਿ ਹੁਣ ਤੁਸੀਂ ਆਨੰਦ ਦੇ ਸਹਿਤ ਹੋਵੋ। ਮਾਤਾ ਗੰਗਾ ਜੀ ਨੂੰ ਧੀਰਜ ਬਖਸ਼ਿਸ਼ ਕੀਤੇ ਕਿ ਤੁਸੀਂ ਆਨੰਦ ਦੇ ਸਹਿਤ ਹੋਵੋ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਜਗਿਆਸੂ ਦੇ ਅੰਦਰ ਭਗਤੀ ਰੂਪੀ ਕਾਰਜ ਜਿਹੜਾ ਸਵਰ ਜਾਂਦਾ, ਆਨੰਦ ਕਰਹੁ ਪਿਤ ਮਾਤਾ, ਫਿਰ ਉਸ ਦੀ ਚੰਗੀ ਮੱਤ ਰੂਪ ਜਿਹੜੀ ਮਾਤਾ ਹੈ ਤੇ ਵਿਵੇਕ ਰੂਪੀ ਗਿਆਨ ਰੂਪੀ ਜਿਹੜਾ ਪਿਤਾ ਹੈ, ਉਹਦੇ ਸਹਿਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪਰਮੇਸ਼ਰ ਜੀ ਕਾ ਦਾਤਾ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਸਭ ਨੂੰ ਜੀ ਦਾਨ, ਜੀਵਨ ਦਾ ਦਾਤਾ ਜਿਹੜਾ ਹੈ, ਜੀਵਨ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਸੁਭ ਚਿਤਵਨ ਦਾਸ ਤੁਮਾਰੇ, ਰਾਖਹਿ ਪੈਜ ਸਦਾ ਆਪਣੇ ਕੀ, ਕਾਰਜ ਆਪ ਸਵਾਰੇ। ਸਤਿਗੁਰੂ ਜੀ ਉਚਾਰਨ ਕਰਦੇ ਹਨ ਸੁਭ ਚਿਤਵਨ ਦਾਸ ਤੁਮਾਰੇ। ਆਪ ਜੀ ਦੇ ਜਿਹੜੇ ਦਾਸ ਹਨ ਪਰਮੇਸ਼ਰ ਵਾਹਿਗੁਰੂ, ਉਹ ਸ਼ੁਭ ਚਿਤਵਦੇ ਹੈ, ਕਿਸੇ ਦਾ ਬੁਰਾ, ਕਿਸੇ ਦਾ ਮਾੜਾ ਨਹੀਂ ਚਿਤਵਦੇ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ ਕਿ ਐ ਜੀਵ, ਜੇ ਤੂੰ ਸੁਖੀ ਹੋਣਾ ਚਾਹੁੰਦਾ, ਜੇ ਤੂੰ ਚਾਹੁੰਦਾ ਕਿ ਤੂੰ ਦੁਖੀ ਨਾ ਹੋਵੇ, ਤੇ ਦੋ ਕੰਮ ਜਿਹੜੇ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈ। ਸਤਿਗੁਰੂ ਜੀ ਬਚਨ ਕਰਦੇ ਹਨ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਸਤਿਗੁਰੂ ਜੀ ਕਹਿੰਦੇ ਹੇ ਭਰਾਵਾ, ਹੇ ਮਿੱਤਰਾ, ਜੇ ਤੂੰ ਕਹਿਣਾ ਕਿ ਦੁਖੀ ਨਾ ਹੋਵੇ, ਜੇ ਤੂੰ ਕਹਿਣਾ ਕਿ ਸੁਖੀ ਹੋਵਾਂ, ਤੇ ਪਰ ਕਾ ਬੁਰਾ ਨਾ ਰੱਖੋ ਚੀਤ। ਪਰਾਏ ਦਾ ਬੁਰਾ ਜਿਹੜਾ, ਪਰਾਏ ਦਾ ਜਿਹੜਾ ਚਿਤਵਨਾ, ਅੰਦਰੇ ਅੰਦਰ ਕਿਸੇ ਦਾ ਬੁਰਾ ਸੋਚੀ ਜਾਣਾ, ਇਹਨੂੰ ਸਤਿਗੁਰੂ ਜੀ ਕਹਿੰਦੇ ਛੱਡ ਦੇ। ਇਸੇ ਪ੍ਰਕਾਰ ਸਤਿਗੁਰੂ ਜੀ ਇੱਕ ਥਾਂ ਤੇ ਹੋਰ ਬਚਨ ਕਰਦੇ ਹਨ ਪਰ ਦਾਰਾ ਪਰ ਧਨ, ਪਰ ਦਾਰਾ ਪਰ ਹਰੀ, ਤਾਕੈ ਨਿਕਟ ਵਸੈ ਨਰ ਹਰੀ। ਪਰਾਇਆ ਜਿਹੜਾ ਧਨ ਹੈ, ਪਰਾਇਆ ਜਿਹੜਾ ਰੂਪ ਹੈ, ਜਦੋਂ ਇਸ ਦਾ ਕੋਈ ਤਿਆਗ ਕਰ ਦਿੰਦਾ, ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਤੇਰੇ ਨੇੜੇ ਹੈ, ਤੂੰ ਪਰਮੇਸ਼ਰ ਵਾਹਿਗੁਰੂ ਦੇ ਨੇੜੇ ਚਲਿਆ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸ਼ੁਭ ਚਿਤਵਨ ਦਾਸ ਤੁਮਾਰੇ। ਆਪ ਜੀ ਦੇ ਪਰਮੇਸ਼ਰ ਵਾਹਿਗੁਰੂ ਜਿਹੜੇ ਦਾਸ ਹਨ, ਸੇਵਕ ਹਨ, ਉਹ ਸਦਾ ਹੀ ਸ਼ੁਭ ਚਿਤਵਦੇ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੇ ਤਰੀਕਿਆਂ ਦੇ ਨਾਲ ਜਦੋਂ ਸ਼ਹੀਦੀ ਹੋਈ ਸਤਿਗੁਰਾਂ ਦੀ, ਤੇ ਉਦੋਂ ਵੀ ਸਤਿਗੁਰਾਂ ਨੇ ਇਹੀ ਬਚਨ ਕੀਤੇ ਸਨ ਕਿ ਸਗਲ ਸੰਗ ਹਮ ਕੋ ਬਣ ਆਈ, ਕਿ ਸਾਰਿਆਂ ਦੇ ਨਹੀਂ ਨਾ ਕੋ ਬੈਰੀ ਨਹੀਂ ਬਿਗਾਨਾ। ਇਸੇ ਪ੍ਰਕਾਰ ਹੀ ਫਿਰ ਜਦੋਂ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਵੀ ਪ੍ਰਿਥੀ ਚੰਦ ਨੇ, ਜੋ ਸਤਿਗੁਰਾਂ ਦਾ ਭਰਾ ਸੀ, ਉਸ ਨੇ ਬੜੇ ਹਮਲੇ ਕਰਵਾਏ
ਕਿ ਇਹਨਾਂ ਦੇ ਪੁੱਤਰ ਨੂੰ ਨੁਕਸਾਨ ਪਹੁੰਚਾ ਕੇ ਤੇ ਗੁਰਤਾ ਗੱਦੀ ਮੇਰੇ ਘਰ ਦੇ ਵਿੱਚ ਰਵੇ। ਉਸ ਸਮੇਂ ਫਿਰ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਦਾਈ ਨੂੰ ਇਸ ਨੇ ਭੇਜਿਆ ਜ਼ਹਿਰ ਦੇ ਕੇ, ਉਹ ਵੀ ਖਤਮ ਹੋ ਗਈ। ਫਿਰ ਇੱਕ ਬ੍ਰਾਹਮਣ ਨੂੰ ਭੇਜਿਆ, ਉਹ ਵੀ ਖਤਮ ਹੋਇਆ। ਇਸੇ ਪ੍ਰਕਾਰ ਫਿਰ ਇੱਕ ਵਾਰੀ ਇਸ ਨੇ ਸੱਪ ਛੱਡ ਦਿੱਤਾ। ਸਤਿਗੁਰੂ ਜੀ ਬਾਹਰ ਖੇਡਦੇ ਸਨ ਬਾਲਕ ਰੂਪ ਦੇ ਅੰਦਰ। ਜਦੋਂ ਸੱਪ ਸਾਹਮਣੇ ਆਇਆ ਤੇ ਸਤਿਗੁਰਾਂ ਨੇ ਹੱਥਾਂ ਤੋਂ ਫੜ ਕੇ ਧਰਤੀ 'ਤੇ ਮਸਲ ਕੇ ਮਾਰ ਦਿੱਤਾ। ਇਸ ਪ੍ਰਕਾਰ ਜਦੋਂ ਇਹ ਸਭ ਕੁਝ ਹੋਇਆ, ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਪ੍ਰਕਾਰ ਦੇ ਅੰਦਰ ਵੀ ਕੋਈ ਵੀ ਆਪਣੀ ਰਸਨਾ ਤੋਂ ਉੱਦਾਂ ਦਾ ਸ਼ਬਦ ਨਹੀਂ ਕਿਹਾ। ਪਰਮੇਸ਼ਰ ਦਾ ਭਾਣਾ ਉਸ ਨੂੰ ਮਿੱਠਾ ਕਰਕੇ ਮੰਨਦਿਆਂ ਹੋਇਆ, ਉਹਦਾ ਹੁਕਮ ਹੈ, ਉਹਦੀ ਰਜਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸ਼ੁਭ ਚਿਤਵਨ ਦਾਸ ਤੁਮਾਰੇ, ਚਾਹੇ ਕਿੰਨੇ ਦੁੱਖ ਸਰੀਰ 'ਤੇ ਆ ਜਾਣ, ਕਿੱਡੀ ਬਿਪਤਾ ਆ ਜਾਏ, ਪਰਮੇਸ਼ਰ ਦਾ ਗੁਰੂ ਦਾ ਪੱਲਾ ਨਹੀਂ ਛੱਡਣਾ। ਕਿੱਡਾ ਹੀ ਕਸ਼ਟ ਦਾ ਸਮਾਂ ਆ ਜਾਏ, ਪਰ ਉਹ ਪਰਮੇਸ਼ਰ ਵਾਹਿਗੁਰੂ ਗੁਰੂ ਜਿਹੜਾ ਹੈ ਉਹਦਾ ਜੇ ਆਪਾਂ ਆਸਰਾ ਰੱਖਦੇ ਹਾਂ ਤੇ ਫਿਰ ਕਿਸੇ ਪ੍ਰਕਾਰ ਦਾ ਵੱਡੇ ਤੋਂ ਵੱਡਾ ਦੁੱਖ ਵੀ ਜਿਹੜਾ ਉਹ ਕੁਝ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸ਼ੁਭ ਚਿਤਵਨ, ਸ਼ੁਭ ਚੰਗੀ ਜਿਹੜੀ ਸੋਚ ਹੈ ਉਸ ਨੂੰ ਆਪਣੇ ਹਿਰਦੇ 'ਚ ਕਾਇਮ ਕਰਨਾ, ਸਦਾ ਸਹੀ ਸੋਚਣਾ, ਚੰਗਾ ਸੋਚਣਾ। ਇਹ ਜਿਹੜੀ ਸੋਚ ਹੈ ਸਤਿਗੁਰੂ ਜੀ ਕਹਿੰਦੇ ਆਪ ਜੀ ਦੇ ਦਾਸਰਿਆਂ ਦੇ ਅੰਦਰ ਹੁੰਦੀ ਹੈ। ਰੱਖ ਹੈ ਪੈਜ ਦਾਸ ਆਪਣੇ ਕੀ, ਫਿਰ ਤੂੰ ਆਪਣੇ ਦਾਸਾਂ ਦੀ ਭਗਤਾਂ ਦੀ ਜਿਹੜੀ ਪੈਜ ਇੱਜ਼ਤ ਹੈ ਉਸ ਨੂੰ ਰੱਖਦਾ ਹੈ। ਕਾਰਜ ਆਪ ਸਵਾਰੇ, ਸਾਰੇ ਕਾਰਜ ਵੀ ਉਹਨਾਂ ਦੇ ਪਰਮੇਸ਼ਰ ਵਾਹਿਗੁਰੂ ਆਪ ਤੂੰ ਸਵਾਰ ਦਿੰਦਾ ਹੈ। ਰਹਾਉ ਮੇਰਾ ਪ੍ਰਭ ਪਰ ਉਪਕਾਰੀ, ਪੂਰਨ ਕਲ ਜਿਨ ਧਾਰੀ। ਸਤਿਗੁਰੂ ਜੀ ਕਹਿੰਦੇ ਮੇਰਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਪਰਉਪਕਾਰੀ ਹੈ। ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਪਰਉਪਕਾਰ ਕਰਦਾ। ਇੱਕ ਉਸ ਦਾ ਨਿਰਗੁਣ ਰੂਪ ਹੈ ਜਿਹੜਾ ਆਪਾਂ ਨੂੰ ਦਿਸਦਾ ਨਹੀਂ, ਜਿਹੜਾ ਰੰਗ ਰੂਪ ਤੋਂ ਚੱਕਰ ਚਿਹਨ ਤੋਂ ਰਹਿਤ ਹੈ। ਉਹੀ ਨਿਰਗੁਣ ਰੂਪ ਜਿਹੜਾ ਉਸ ਨੂੰ ਉਹ ਸਰਗੁਣ ਰੂਪ ਦੇ ਅੰਦਰ ਪੰਜਾਂ ਤੱਤਾਂ ਦਾ ਸਰੀਰ ਧਾਰਨ ਕਰਕੇ 10 ਜਾਮੇ ਧਾਰਨ ਕਰਕੇ ਉਸ ਨੇ ਸਾਡੇ 'ਤੇ ਪਰਉਪਕਾਰ ਕੀਤੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੇਰਾ ਪ੍ਰਭ ਪਰਉਪਕਾਰੀ, ਪੂਰਨ ਕਲ ਜਿਨ ਧਾਰੀ। ਜਿਸ ਪਰਮੇਸ਼ਰ ਵਾਹਿਗੁਰੂ ਨੇ ਸਰਗੁਣ ਰੂਪ ਦੇ ਅੰਦਰ ਪੂਰਨ ਜਿਹੜੀ ਕਲ ਸ਼ਕਤੀ ਹੈ ਉਸ ਨੂੰ ਧਾਰਨ ਕਰਕੇ, ਕਿਉਂਕਿ ਪਰਮੇਸ਼ਰ ਵਾਹਿਗੁਰੂ ਆਪ ਹੀ ਗੁਰੂ ਨਾਨਕ ਸਰੂਪ ਦੇ ਅੰਦਰ ਪ੍ਰਗਟ ਹੋਏ। ਸਤਿਗੁਰਾਂ ਤੋਂ ਪਹਿਲਾਂ ਕਲਾ ਵਾਲੇ, ਸੀਮਤ ਸ਼ਕਤੀਆਂ ਵਾਲੇ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸੋਲ ਹੈ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਕਿ ਜਿਵੇਂ ਭਗਵਾਨ ਰਾਮ ਚੰਦਰ ਜੀ 14 ਕਲਾ ਅਵਤਾਰ ਹੋਏ, ਭਗਵਾਨ ਕ੍ਰਿਸ਼ਨ ਜੀ 16 ਕਲਾ ਅਵਤਾਰ ਹੋਏ, ਫਿਰ ਪਰਮੇਸ਼ਰ ਵਾਹਿਗੁਰੂ ਆਪ ਹੀ ਅਨੰਤ ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਅੰਦਰ ਪ੍ਰਗਟ ਹੋਏ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਆਪ ਨਾਰਾਇਣ ਕਲਾ ਧਾਰ। ਕਲਾ ਨਾਮ ਹੈ ਸ਼ਕਤੀ ਦਾ, ਸ਼ਕਤੀ ਤੋਂ ਭਾਵ ਕਿ ਇਸ ਸਰੀਰ ਨੂੰ ਧਾਰਨ ਕਰਕੇ, ਪੰਜਾਂ ਤੱਤਾਂ ਦਾ ਸਰੀਰ ਧਾਰਨ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਕਲਾ ਨੂੰ ਧਾਰਨ ਕਰਕੇ ਤੇ ਸਾਡੇ ਉੱਤੇ, ਇਸ ਜੀਵਾਂ ਦੇ ਉੱਤੇ, ਮਨੁੱਖਾਂ ਦੇ ਉੱਤੇ ਵੱਡੇ ਪਰਉਪਕਾਰ ਜਿਹੜੇ ਉਹ ਕੀਤੇ ਹਨ। ਨਾਨਕ ਸਰਣੀ ਆਇਆ, ਮਨ ਚਿੰਦਿਆ ਫਲ ਪਾਇਆ। ਸਤਿਗੁਰੂ ਜੀ ਕਹਿੰਦੇ ਐਸੇ ਪਰਮੇਸ਼ਰ ਦੀ, ਗੁਰੂ ਦੀ ਸ਼ਰਨ ਦੇ ਵਿੱਚ ਅਸੀਂ ਆ ਗਏ ਹਾਂ, ਮਨ ਚਿੰਦਿਆ ਫਲ ਪਾਇਆ। ਤੇ ਗੁਰੂ ਦੀ, ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਕੇ ਮਨ ਇੱਛਤ ਜਿਹੜਾ ਫਲ ਹੈ ਉਹ ਅਸੀਂ ਸਤਿਗੁਰੂ ਜੀ ਕਹਿੰਦੇ ਪ੍ਰਾਪਤ ਕਰ ਲਿਆ ਹੈ। ਸੋਰਠ ਮਹੱਲਾ ਪੰਜਵਾ। ਸਦਾ ਸਦਾ ਹਰਿ ਜਾਪੇ, ਪ੍ਰਭ ਬਾਲਕ ਰਾਖੇ ਆਪੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਉਚਾਰਨ ਕਰਦੇ ਹਨ ਕਿ ਹਰੀ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਸਾਨੂੰ ਸਦਾ ਸਦਾ ਹਰ ਜਾਪੇ, ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਜਪਣਾ ਚਾਹੀਦਾ ਹੈ। ਉਠਤ ਬੈਠਤ ਸੋਵਤ ਧਿਆਈਐ,
ਮਾਰਗ ਚਲਤ ਹਰੇ ਹਰ ਗਾਈਐ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਦਾ ਹੀ ਸਾਨੂੰ ਪਰਮੇਸ਼ਰ ਦੇ ਨਾਮ ਨੂੰ ਜਪਣਾ ਤੇ ਆਰਾਧਨਾ ਚਾਹੀਦਾ। ਉੱਠਦਿਆਂ ਬਹਿੰਦਿਆਂ ਸੁੱਤਿਆਂ। ਕਿਸੇ ਰਾਜੇ ਦੇ ਦਰਬਾਰ ਦੇ ਅੰਦਰ ਕੋਈ ਮਹਾਤਮਾ ਕਥਾ ਕਰੇ ਤੇ ਉਸ ਨੇ ਇਹ ਬਚਨ ਕੀਤੇ ਕਿ ਪਰਮੇਸ਼ਰ ਦਾ ਨਾਮ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਪਣਾ ਚਾਹੀਦਾ। ਰਾਜੇ ਨੇ ਸਵਾਲ ਕੀਤਾ, ਕਹਿਣ ਲੱਗਿਆ, ਮਹਾਤਮਾ ਜੀ, ਉੱਠ ਕੇ ਬੰਦਾ ਨਾਮ ਜਪ ਸਕਦਾ, ਬੈਠ ਕੇ ਬੰਦਾ ਨਾਮ ਜਪ ਸਕਦਾ, ਸੁੱਤਿਆਂ ਕਿਵੇਂ ਨਾਮ ਜਪ ਸਕਦਾ? ਤਾਂ ਮਹਾਤਮਾ ਨੇ ਰਾਜੇ ਦੀ ਤਸੱਲੀ ਕਰਾਉਣ ਵਾਸਤੇ ਕਹਿਣ ਲੱਗੇ, ਰਾਜਨ ਤੈਨੂੰ ਪ੍ਰਤੱਖ ਰੂਪ ਦੇ ਅੰਦਰ ਦਿਖਾ ਦਿੰਦੇ ਆ। ਤੇ ਕਹਿਣ ਲੱਗੇ ਵੀ ਰਾਜਨ, ਜਿੱਥੇ ਤੇਰਾ ਫੌਜ, ਜਿੱਥੇ ਤੇਰੀ ਵਿਰਾਜਦੀ ਹੈ, ਫੌਜ ਤੇਰੀ ਸੌਂਦੀ ਹੈ, ਉੱਥੇ ਲੈ ਕੇ ਚੱਲ। ਜਦੋਂ ਉਸ ਜਗ੍ਹਾ 'ਤੇ ਗਏ, ਰਾਤ ਦਾ ਸਮਾਂ ਸੀ ਤੇ ਮਹਾਤਮਾ ਨੇ ਜਾਣ ਸਾਰ ਉੱਚੀ ਜ਼ੋਰ ਦੇ ਨਾਲ, ਜਿਵੇਂ ਲਲਕਾਰੀ ਦਾ ਕਿਸੇ ਨੂੰ, ਇੱਦਾਂ ਆਵਾਜ਼ ਕੀਤੀ। ਉਹ ਫੌਜ ਜਿਹੜੀ ਸੀ ਉੱਠਣ ਸਾਰ ਸ਼ਸਤਰ ਲੈ ਕੇ ਇੱਕ ਦੂਜੇ ਦੇ ਨਾਲ ਲੜਨ ਲੱਗ ਪਈ ਕਿ ਹਮਲਾ ਹੋ ਗਿਆ, ਜੰਗ ਸ਼ੁਰੂ ਹੋ ਗਿਆ। ਤੇ ਉਸ ਸਮੇਂ ਮਹਾਤਮਾ ਕਹਿਣ ਲੱਗੇ, ਰਾਜਨ, ਫੌਜ 'ਤੇ ਤੇਰੀ ਸੁੱਤੀ ਸੀ, ਪਰ ਇਹ ਸੁੱਤਿਆਂ ਵੀ ਜੰਗ ਲੜਦੀ ਹੈ। ਇਹਨਾਂ ਦੀ ਸੁਰਤ ਦੇ ਅੰਦਰ ਜੰਗ ਹੀ ਚੱਲਦਾ। ਉੱਠਣ ਸਾਰ ਜਿਹੜੇ ਲੜਨ ਲੱਗ ਪਏ। ਉਸੇ ਪ੍ਰਕਾਰ ਹੀ ਫਿਰ ਕਿਸੇ ਸਾਧੂ ਮਹਾਤਮਾ ਦੇ ਕੁਟੀਆ ਦੇ ਵਿੱਚ ਲੈ ਗਏ ਰਾਜੇ ਨੂੰ। ਉਹ ਮਹਾਤਮਾ ਰਾਤ ਦੇ ਸਮੇਂ ਆਪਣੇ ਆਸਣ 'ਤੇ ਬਿਰਾਜੇ ਹੋਏ ਤੇ ਜਾ ਕੇ ਮਹਾਤਮਾ ਨੇ ਪੈਰਾਂ ਦਾ ਖੜਕਾ ਕੀਤਾ, ਉਹਨਾਂ ਦੇ ਚਰਨਾਂ ਨੂੰ ਫੜ ਕੇ ਹਿਲਾਇਆ ਤੇ ਉੱਠਣ ਸਾਰ ਮਹਾਤਮਾ ਜਿਹੜੇ ਸਨ ਉਹ ਵਾਹਿਗੁਰੂ ਵਾਹਿਗੁਰੂ ਇੱਦਾਂ ਜਪਣ ਲੱਗ ਪਏ। ਤੇ ਮਹਾਤਮਾ ਕਹਿਣ ਲੱਗੇ, ਰਾਜਨ, ਇਹ ਦੇਖ, ਇਹਨਾਂ ਨੇ ਉੱਠਦਿਆਂ ਸਾਰ ਮੁਖ ਤੋਂ ਪਹਿਲਾ ਸ਼ਬਦ ਹੀ ਪਰਮੇਸ਼ਰ ਦੇ ਨਾਮ ਦਾ ਉਚਾਰਨ ਕੀਤਾ। ਇਹਨਾਂ ਦੀ ਸੁਰਤ ਦੇ ਅੰਦਰ ਨਾਮ ਹੈ। ਇਸ ਪ੍ਰਕਾਰ ਜਿਹੜੇ ਉੱਠਦਿਆਂ ਬਹਿੰਦਿਆਂ ਜਪਦੇ ਹੈ, ਫਿਰ ਉਹਨਾਂ ਦੇ ਜੀਣ ਦੇ ਅੰਦਰ, ਸੁਰਤ ਦੇ ਅੰਦਰ ਵੀ ਉਹ ਪਰਮੇਸ਼ਰ ਦਾ ਨਾਮ ਹੀ ਵਸਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਸਦਾ ਸਦਾ ਹਰਿ ਜਾਪੇ। ਸਾਨੂੰ ਹਰੀ ਪਰਮੇਸ਼ਰ ਦੇ ਨਾਮ ਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਜਪਣ ਦਾ ਜਿਹੜਾ ਅਭਿਆਸ ਹੈ, ਇਹ ਬਣਾਉਣਾ ਚਾਹੀਦਾ ਹੈ। ਜਦੋਂ ਇੱਦਾਂ ਜਪਦੇ ਹਾਂ, ਪ੍ਰਭ ਬਾਲਕ ਰਾਖੇ ਆਪੇ, ਤੇ ਅਸੀਂ ਉਹ ਪਰਮੇਸ਼ਰ ਵਾਹਿਗੁਰੂ ਦੇ ਆਪਾਂ ਸਾਰੇ ਬਾਲਕ ਬੱਚੇ ਹਾਂ। ਸਾਡੀ ਫਿਰ ਉਹ ਰੱਖਿਆ ਜਿਹੜੀ ਪਰਮੇਸ਼ਰ ਵਾਹਿਗੁਰੂ ਆਪੇ ਆਪ ਕਰਦਾ ਹੈ। ਸੀਤਲਾ ਠਾਕਰ ਹਾਈ, ਬਿਘਨ ਗਏ ਹਰਿ ਨਾਈ। ਸਤਿਗੁਰੂ ਜੀ ਕਹਿੰਦੇ ਜਿਵੇਂ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਰੀਰਕ ਕਸ਼ਟ ਜਿਹੜਾ ਸੀਤਲਾ ਦਾ ਸੀ, ਉਹ ਠਾਕ ਰਹਾਈ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਨੇ ਦੂਰ ਕਰ ਦਿੱਤਾ। ਇੱਕ ਤਰ੍ਹਾਂ ਦੀ ਬਿਮਾਰੀ ਹੈ ਚੇਚਕ ਦੀ, ਜਿਸ ਨੂੰ ਆਖਿਆ ਜਾਂਦਾ। ਆਮ ਆਪਾਂ ਪੰਜਾਬੀ ਦੇ ਅੰਦਰ ਕਹਿ ਦਿੰਦੇ ਹਾਂ ਮਾਤਾ ਨਿਕਲ ਆਈ। ਉਹ ਇੱਕ ਬੁਖਾਰ ਇੱਕ ਤਰ੍ਹਾਂ ਦਾ ਹੁੰਦਾ। ਉਹ ਸੀਮਤ ਸਮੇਂ ਬਾਅਦ, ਨੀਯਤ ਜਿਹੜਾ ਸਮਾਂ ਉਹਦਾ ਹੁੰਦਾ, ਉਨੇ ਚਿਰ ਬਾਅਦ ਚੜ੍ਹਦਾ ਅਤੇ ਉਹਦੇ ਨਾਲ ਫਿਰ ਸਰੀਰ ਦੇ ਉੱਤੇ ਜਿਹੜੇ ਫੋੜੇ ਜਾਂ ਫਿੰਸੀਆਂ ਨਿਕਲ ਆਉਂਦੀਆਂ, ਉਹਨੂੰ ਚੇਚਕ ਦੀ ਬਿਮਾਰੀ ਆਖਿਆ ਜਾਂਦਾ। ਉਹ ਜਿਹੜਾ ਕਸ਼ਟ ਹੈ, ਉਹ ਜਿਹੜਾ ਰੋਗ ਹੈ, ਉਹ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਦੂਰ ਕੀਤਾ ਹੈ। ਵਿਘਨ ਗਏ ਹਰਿ ਨਾਈ। ਜਿੰਨੇ ਵਿਘਨ ਸਨ, ਰੁਕਾਵਟਾਂ ਸਨ, ਉਹ ਹਰੀ ਪਰਮੇਸ਼ਰ ਦੇ ਨਾਮ ਦੁਆਰਾ ਚਲੀਆਂ ਗਈਆਂ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਸਾਰੀਆਂ ਦਵਾਈਆਂ ਦਾ, ਸਭ ਤੋਂ ਸਾਰੇ ਰੋਗਾਂ ਦੀ ਅਸਲੀ ਦਵਾਈ ਪਰਮੇਸ਼ਰ ਦਾ ਨਾਮ ਹੈ। ਪਰਮਾਤਮਾ ਦਾ ਨਾਮ ਜਦੋਂ ਜਪਦੇ ਹਾਂ, ਜਿੱਥੇ ਮਨ ਦੇ ਰੋਗ ਮਿਟ ਜਾਂਦੇ ਆ, ਭਿਆਨਕ ਤੋਂ ਭਿਆਨਕ ਹੰਕਾਰ ਦਾ ਕਿੱਡਾ ਵੱਡਾ ਰੋਗ ਹੈ, ਇਹਦਾ ਨਾ ਕੋਈ ਡਾਕਟਰ ਇਲਾਜ ਕਰ ਸਕਦਾ। ਤ੍ਰਿਸ਼ਨਾ ਦਾ ਕਿੱਡਾ ਵੱਡਾ ਰੋਗ ਹੈ, ਇਹਦਾ ਨਹੀਂ ਇਲਾਜ ਹੁੰਦਾ। ਇਹ ਨਾਮ ਦੁਆਰਾ ਹੋ ਜਾਂਦੇ। ਜਿੱਥੇ ਨਾਮ ਦੁਆਰਾ ਸਾਡੇ ਮਨ ਦਾ ਇਲਾਜ ਹੋ ਸਕਦਾ, ਉੱਥੇ ਇਹ ਸਰੀਰਕ ਜਿਹੜੇ ਕਸ਼ਟ ਹਨ, ਇਹ ਤਾਂ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ ਜਦੋਂ, ਅਤੇ ਉਹ ਨਾਮ ਦੁਆਰਾ ਸਾਰੇ ਹੀ ਦੂਰ ਕਰ ਦਿੰਦਾ। ਇਵੇਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ। ਸੱਤਰ ਅਨੇਕ ਚਲਾਵਤ ਘਾਵ, ਤਊ ਤਨ ਏਕ ਨ ਲਾਗਣ ਪਾਵੈ।
राखत है अपनो कर दै कर पाप संबूह न भेटन पावै। और की बात कहा कह तो सौ सौ पेट ही के पट बीच बचावै। जिस परमेश्वर वाहिगुरू ने साडी माता ਦੇ ਪੇਟ ਦੇ ਅੰਦਰ ਰੱਖਿਆ ਕੀਤੀ ਹੈ, ਉਹ ਸਭ ਰੋਗਾਂ ਨੂੰ ਦੂਰ ਕਰਨ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਸ ਕਰਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਇਹ ਜਿਹੜਾ ਸਰੀਰਕ ਕਸ਼ਟ ਸੀ ਉਹ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕਰਕੇ ਨਾਮ ਦੁਆਰਾ ਦੂਰ ਕਰ ਦਿੱਤਾ ਹੈ। ਮੇਰਾ ਪ੍ਰਭ ਹੋਆ ਸਦਾ ਦਇਆਲਾ, ਅਰਦਾਸ ਸੁਣੀ ਭਗਤ ਆਪਣੇ ਕੀ, ਸਭ ਜੀ ਭਇਆ ਕਿਰਪਾਲਾ। ਸਤਿਗੁਰੂ ਜੀ ਕਹਿੰਦੇ ਸਾਡਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਸਦਾ ਹੀ ਦਿਆਲੂ ਕਿਰਪਾਲੂ ਹੈ। ਉਹ ਦਇਆ ਦਾ ਘਰ ਹੈ, ਉਹ ਸਦਾ ਹੀ ਤਰਸ ਤੇ ਰਹਿਮ ਕਰਨ ਵਾਲਾ ਹੈ। ਅਰਦਾਸ ਸੁਣੀ ਭਗਤ ਆਪਣੇ ਕੀ, ਉਹ ਆਪਣੇ ਭਗਤਾਂ ਦੀਆਂ, ਆਪਣੇ ਸੇਵਕਾਂ ਦੀਆਂ, ਦਾਸਾਂ ਦੀਆਂ ਅਰਦਾਸਾਂ ਨੂੰ ਸੁਣਦਾ ਹੈ। ਸਭ ਜੀ ਭਇਆ ਕਿਰਪਾਲਾ, ਸਭ ਜੀਆਂ ਦੇ ਤਾਈਂ ਉਹ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਨ ਵਾਲਾ ਹੋ ਜਾਂਦਾ ਹੈ। ਰਹਾਉ ਪ੍ਰਭ ਕਰਨ ਕਾਰਨ ਸਮਰੱਥਾ, ਹਰ ਸਿਮਰਤ ਸਭ ਦੁੱਖ ਲਾਥਾ। ਸਤਿਗੁਰੂ ਜੀ ਕਹਿੰਦੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜਿੰਨੇ ਕਾਰਨ ਹਨ ਸਧਾਰਨ ਤੇ ਅਸਧਾਰਨ, ਉਹ ਸਭ ਨੂੰ ਕਰਨ ਦੇ ਵਿੱਚ ਸਮਰੱਥ ਹੈ। ਸਾਰੇ ਕਾਰਜਾਂ ਨੂੰ ਉਹ ਪਰਮੇਸ਼ਰ ਵਾਹਿਗੁਰੂ ਆਪ ਕਰ ਲੈਂਦਾ। ਸਭ ਤਰ੍ਹਾਂ ਦੇ ਕਾਰਜ ਜਿਹੜੇ ਹੈ ਲੋਕ ਪਰਲੋਕ ਦੇ, ਉਹਨਾਂ ਨੂੰ ਕਰਨ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਸਮਰੱਥ ਹੈ। ਉਹਦਾ ਸਿਮਰਨ ਕਰਕੇ ਸਭ ਦੁੱਖ ਲਾਥਾ। ਸਾਰੇ ਜਿੰਨੇ ਦੁੱਖ ਹਨ ਜੀਵ ਦੇ ਮਨ ਤੇ ਤਨ ਦੇ, ਉਹ ਲੈ ਜਾਂਦੇ ਹਨ। ਆਪਣੇ ਦਾਸ ਕੀ ਸੁਣੀ ਬੇਨੰਤੀ, ਸਭ ਨਾਨਕ ਸੁਖ ਸਵੰਤੀ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਦਾਸਾਂ ਦੀਆਂ ਅਰਦਾਸਾਂ ਬੇਨਤੀਆਂ ਨੂੰ ਸੁਣਿਆ ਹੈ। ਸਭ ਨਾਨਕ ਸੁਖ ਸਵੰਤੀ, ਸਭ ਤਰ੍ਹਾਂ ਕਰਕੇ ਉਹਨਾਂ ਨੂੰ ਸੁਖ ਦੇ ਸਹਿਤ ਜਿਹੜੀ ਨੀਂਦ ਹੈ ਉਹ ਬਖਸ਼ਿਸ਼ ਕੀਤੀ ਹੈ। ਕਿਉਂਕਿ ਜਦੋਂ ਮਨੁੱਖ ਨੂੰ ਕੋਈ ਸਰੀਰਕ ਕਸ਼ਟ ਹੁੰਦਾ ਫਿਰ ਨੀਂਦ ਵੀ ਨਹੀਂ ਆਉਂਦੀ। ਇਸ ਪ੍ਰਕਾਰ ਜਦੋਂ ਸਾਹਿਬਜ਼ਾਦੇ ਨੂੰ ਸਰੀਰਕ ਕਸ਼ਟ ਸੀ ਅਤੇ ਜਿੰਨੇ ਸਿੱਖ ਸੰਗਤਾਂ ਸਨ, ਜਿੰਨੇ ਸ਼ਰਧਾਲੂ ਸਨ, ਸਿੱਖ ਸੰਗਤਾਂ ਦੇ ਤਾਈਂ ਵੀ ਬੜਾ ਉਸ ਸਮੇਂ ਇਹ ਹਾਲਾਤ ਬਣੇ ਹੋਏ ਸੀ ਕਿ ਸਭ ਨੂੰ ਇਹ ਚਿੰਤਾ ਸੀ, ਫਿਕਰ ਸੀ। ਉਹ ਸਾਰੀ ਚਿੰਤਾ ਜਿਹੜੀ ਸੀ ਉਹ ਪਰਮੇਸ਼ਰ ਵਾਹਿਗੁਰੂ ਨੇ ਸਤਿਗੁਰੂ ਜੀ ਕਹਿੰਦੇ ਦੂਰ ਕਰ ਦਿੱਤੀ। ਸਭ ਨਾਨਕ ਸੁਖ ਸਵੰਤੀ। ਇਸੇ ਪ੍ਰਕਾਰ ਹੀ ਜਿੰਨੇ ਜਗਿਆਸੂ ਹਨ, ਪਰਮੇਸ਼ਰ ਦਾ ਭਜਨ ਕਰਨ ਵਾਲੇ, ਨਾਮ ਦੀ ਕਮਾਈ ਕਰਨ ਵਾਲੇ, ਉਹਨਾਂ ਨੂੰ ਸਮਾਧੀ ਦੇ ਅੰਦਰ ਜਿਹੜੀ ਸੁਖ ਰੂਪੀ ਨੀਂਦ ਹੈ ਉਹ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਪੜ੍ਹਨ ਸੁਣਨ ਵਾਲਿਆਂ ਦੇ ਸਭ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਉਸ ਤੋਂ ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਦੇ ਵਿੱਚ ਸ਼ਾਮਲ ਹੋਈਏ ਜੀ। ਪ੍ਰਭ ਕਰਨ ਕਾਰਨ ਸਮਰੱਥਾ, ਹਰ ਸਿਮਰਤ ਸਭ ਦੁੱਖ ਲਾਥਾ। ਆਪਣੇ ਦਾਸ ਕੀ ਸੁਣੀ ਬੇਨੰਤੀ, ਸਭ ਨਾਨਕ ਸੁਖ ਸਵੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ